ਵਾਹਿਗੁਰੂ ਜੀ। ਸਾਡੇ ਪਿੰਡ ਜਦੋਂ ਵੀ ਕੋਈ ਕੁੜੀ ਲਾਲ ਚੁੰਨੀ ਲੈ ਕੇ ਨਿਕਲਦੀ ਤਾਂ ਉਹ ਗਾਇਬ ਹੋ ਜਾਂਦੀ। ਕੁਝ ਦਿਨਾਂ ਬਾਅਦ ਉਸ ਦੀ ਲਾਸ਼ ਹੀ ਮਿਲਦੀ। ਆਖਿਰ ਲਾਲ ਚੁੰਨੀ ਲੈਣ ਨਾਲ ਇੱਦਾਂ ਦਾ ਕੀ ਹੁੰਦਾ ਸੀ ਕਿ ਉਸ ਕੁੜੀ ਨੂੰ ਮੌਤ ਮਿਲਦੀ ਸੀ। ਇਸ ਗੱਲ ਦਾ ਪਤਾ ਕਰਨ ਲਈ ਇੱਕ ਦਿਨ ਮੈਂ ਲਾਲ ਚੁੰਨੀ ਲੈ ਕੇ ਘਰੋਂ ਬਾਹਰ ਚਲੀ ਗਈ। ਉਸ ਤੋਂ ਬਾਅਦ ਮੈਂ ਦੇਖਿਆ ਕਿ ਮੇਰਾ ਨਾਮ ਰਜਨੀ ਹੈ। ਮੈਂ ਇੱਕ ਗਰੀਬ ਖਾਨਦਾਨ ਵਿੱਚ ਪੈਦਾ ਹੋਈ ਸੀ। ਮੇਰੇ ਪਿਓ ਕੋਲ ਨਾ ਪੈਸਾ ਸੀ, ਨਾ ਜਾਇਦਾਦ, ਨਾ ਕੋਈ ਵੱਡਾ ਕਾਰੋਬਾਰ ਸੀ। ਛੋਟਾ ਮੋਟਾ ਕੰਮ ਕਰਕੇ ਸਾਡੇ ਘਰ ਦਾ ਗੁਜ਼ਾਰਾ ਹੁੰਦਾ ਸੀ। ਮੇਰੇ ਮਾਂ ਪਿਓ ਨੇ ਮੈਨੂੰ ਜੋ ਵੀ ਸੰਸਕਾਰ ਦਿੱਤੇ ਸੀ ਉਹ ਸਭ ਤੋਂ ਮਹਿੰਗੇ ਸੀ, ਕਿਉਂਕਿ ਇਸ ਤੋਂ ਉੱਪਰ ਕੁਝ ਨਹੀਂ ਹੋ ਸਕਦਾ ਸੀ। ਮੈਂ ਆਪਣੇ ਮਾਂ ਪਿਓ ਦੀ ਇਕੱਲੀ ਧੀ ਸੀ। ਦਰਅਸਲ ਮੇਰੇ ਹੋਣ ਤੋਂ ਬਾਅਦ ਮੇਰੇ ਮਾਂ ਪਿਓ ਦੀ ਦੂਜੀ ਔਲਾਦ ਹੀ ਨਹੀਂ ਹੋਈ ਸੀ, ਕਿਉਂਕਿ ਉਹ ਹਮੇਸ਼ਾ ਤੋਂ ਹੀ ਇੱਕ ਕੁੜੀ ਚਾਹੁੰਦੇ ਸੀ ਜੋ ਹੋ ਗਈ ਸੀ। ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਹੋਰ ਚੀਜ਼ ਦੀ ਕੋਈ ਇੱਛਾ ਨਹੀਂ ਸੀ। ਹਮੇਸ਼ਾ ਮੈਂ ਆਪਣੇ ਮਾਂ ਪਿਓ ਦੇ ਮੂੰਹ ਤੋਂ ਸੁਣਿਆ ਸੀ ਕਿ ਉਹਨਾਂ ਨੂੰ ਇੱਕ ਕੁੜੀ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਸੀ। ਉਹ ਮੰਨਦੇ ਸੀ ਜਿਸ ਘਰ ਵਿੱਚ ਕੁੜੀਆਂ ਹੁੰਦੀਆਂ ਨੇ ਉੱਥੇ ਧਨ ਦੇ ਭੰਡਾਰ ਭਰੇ ਰਹਿੰਦੇ ਨੇ ਅਤੇ ਉਸ ਘਰ ਵਿੱਚ ਦੁੱਖ ਕਦੇ ਨਹੀਂ ਆ ਸਕਦਾ। ਸ਼ਾਇਦ ਉਹਨਾਂ ਦੀ ਗੱਲ ਸੱਚ ਸੀ, ਕਿਉਂਕਿ ਅਸੀਂ ਆਪਣੇ ਘਰ ਵਿੱਚ ਬਹੁਤ ਖੁਸ਼ ਸੀ। ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ, ਚਾਹੇ ਉਹ ਮਿਹਨਤ ਕਰਕੇ ਹੀ ਕਿਉਂ ਨਾ ਹੋਵੇ। ਮੇਰੇ ਪਿਤਾ ਜੀ ਦਿਨ ਰਾਤ ਮਿਹਨਤ ਕਰਕੇ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦੇ ਸੀ। ਚੰਗਾ ਖਾਣਾ ਪੀਣਾ, ਹੱਸਣਾ ਬੋਲਣਾ ਸਾਡੀ ਸਭ ਦੀ ਆਦਤ ਸੀ। ਜਦੋਂ ਮੇਰੀ ਉਮਰ 20 ਸਾਲ ਹੋ ਗਈ ਸੀ ਤਾਂ ਸਾਰੇ ਰਿਸ਼ਤੇਦਾਰਾਂ ਨੇ ਮੇਰੇ ਵਿਆਹ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਵੀ ਘਰ ਕੋਈ ਆਉਂਦਾ ਜਾਂ ਕਿਸੇ ਦਾ ਕੋਈ ਫੋਨ ਆਉਂਦਾ ਤਾਂ ਬਸ ਮੇਰੇ ਵਿਆਹ ਦਾ ਹੀ ਜ਼ਿਕਰ ਕਰਦੇ ਅਤੇ ਕਹਿੰਦੇ ਕਿ ਹੁਣ ਤੁਹਾਡੀ ਕੁੜੀ ਜਵਾਨ ਹੋ ਗਈ ਹੈ, ਇਸ ਦਾ ਵਿਆਹ ਨਹੀਂ ਕਰਨਾ। ਪਰ ਮੈਂ ਹਮੇਸ਼ਾ ਤੋਂ ਹੀ ਵਿਆਹ ਦੇ ਖਿਲਾਫ ਸੀ। ਮੈਂ ਤਾਂ ਇਹੀ ਸੋਚਦੀ ਸੀ ਕਿ ਮੈਂ ਵਿਆਹ ਨਹੀਂ ਕਰਾਂਗੀ, ਮੈਂ ਬਸ ਪੂਰੀ ਉਮਰ ਆਪਣੇ ਮਾਂ ਪਿਓ ਦੀ ਸੇਵਾ ਕਰਾਂਗੀ। ਪਰ ਹਾਂ, ਜੇ ਫਿਰ ਵੀ ਵਿਆਹ ਹੋ ਗਿਆ ਤਾਂ ਜਿਹੜਾ ਮੇਰਾ ਘਰ ਵਾਲਾ ਹੋਵੇਗਾ ਉਸ ਨੂੰ ਘਰ ਜਵਾਈ ਬਣ ਕੇ ਰਹਿਣਾ ਪੈਣਾ ਅਤੇ ਮੇਰੇ ਮਾਂ ਪਿਓ ਦੀ ਸੇਵਾ ਕਰਨੀ ਪਊਗੀ। ਮੇਰਾ ਇਹੀ ਮੰਨਣਾ ਸੀ, ਪਰ ਮੇਰੇ ਮਾਂ ਪਿਓ ਇਸ ਗੱਲ ਦੇ ਖਿਲਾਫ ਸੀ। ਉਹ ਕਹਿੰਦੇ ਸੀ ਧੀਆਂ ਨੂੰ ਸਹੁਰੇ ਜਾਣਾ ਹੀ ਪੈਂਦਾ ਹੈ, ਇਹ ਦੁਨੀਆ ਦਾ ਦਸਤੂਰ ਹੈ। ਅਤੇ ਰਹੀ ਗੱਲ ਘਰ ਜਵਾਈ ਦੀ, ਜੇ ਤੇਰਾ ਘਰ ਵਾਲਾ ਆਪਣੇ ਮਾਂ ਪਿਓ ਦਾ ਇਕੱਲਾ ਪੁੱਤ ਹੋਇਆ ਫਿਰ ਕੀ ਕਰੇਂਗੀ, ਕਿਉਂਕਿ ਉਹ ਵੀ ਤਾਂ ਆਪਣੇ ਮਾਂ ਪਿਓ ਦਾ ਇਕਲੌਤਾ ਹੋਵੇਗਾ। ਜੇ ਅਸੀਂ ਉਹਨੂੰ ਆਪਣੇ ਕੋਲ ਘਰ ਜਵਾਈ ਰੱਖ ਲਵਾਂਗੇ ਤਾਂ ਉਸਦੇ ਮਾਂ ਪਿਓ ਕੀ ਕਰਨਗੇ, ਉਹ ਕਿੱਥੇ ਜਾਣਗੇ। ਖੈਰ, ਮੇਰੀ ਜਿੱਦ ਕਿਸੇ ਵੀ ਜਿੱਦ ਨੂੰ ਮੇਰੇ ਮਾਂ ਪਿਓ ਨਹੀਂ ਚੱਲਣ ਦਿੱਤਾ। ਬਸ ਮੈਨੂੰ ਵਿਆਹ ਲਈ ਰਾਜ਼ੀ ਕਰ ਲਿਆ। ਹੁਣ ਮੇਰੇ ਵਿਆਹ ਲਈ ਮੁੰਡੇ ਲੱਭਣ ਲੱਗੇ। ਮੇਰੇ ਲਈ ਰਿਸ਼ਤਾ ਲੱਭਣ ਵਿੱਚ ਜ਼ਿਆਦਾ ਔਖ ਨਹੀਂ ਹੋਈ, ਕਿਉਂਕਿ ਮੈਂ ਦੇਖਣ ਵਿੱਚ ਸੋਹਣੀ ਸੀ। ਦਰਅਸਲ ਬਚਪਨ ਤੋਂ ਹੀ ਮੈਂ ਆਪਣੇ ਆਪ ਨੂੰ ਬੜਾ ਸੰਭਾਲ ਕੇ ਰੱਖਦੀ ਸੀ। ਮੇਰੇ ਲੰਬੇ ਕਾਲੇ ਵਾਲ ਸੀ। ਮੈਂ ਉਹਨਾਂ ਦਾ ਇਸ ਤਰ੍ਹਾਂ ਧਿਆਨ ਰੱਖਦੀ ਜਿੱਦਾਂ ਉਹਨਾਂ 'ਚ ਹੀ ਮੇਰੀ ਜਾਨ ਵਸਦੀ ਹੋਵੇ। ਮੇਰਾ ਰੰਗ ਸਾਫ਼ ਸੀ, ਇਸ ਵਜ੍ਹਾ ਨਾਲ ਜੋ ਵੀ ਮੈਨੂੰ ਦੇਖਦਾ ਫਿਦਾ ਹੋ ਜਾਂਦਾ। ਸ਼ਾਇਦ ਇਸੇ ਕਾਰਨ ਮੈਨੂੰ ਚੰਗੇ ਰਿਸ਼ਤੇ ਵੀ ਆਉਂਦੇ ਸੀ। ਜਦੋਂ ਪਤਾ ਲੱਗਾ ਕਿ ਉਹ ਅਮੀਰ ਘਰ ਹੈ, ਮੈਨੂੰ ਵੀ ਥੋੜ੍ਹੀ ਖੁਸ਼ੀ ਹੋਈ ਅਤੇ ਦੁੱਖ ਵੀ, ਕਿਉਂਕਿ ਮੈਂ ਉਹਨਾਂ ਲੋਕਾਂ ਵਿੱਚ ਕਿੱਦਾਂ ਰਵਾਂਗੀ, ਕਿਉਂਕਿ ਮੈਂ ਤਾਂ ਇੱਕ ਗਰੀਬ ਪਰਿਵਾਰ ਵਿੱਚ ਵੱਡੀ ਹੋਈ ਸੀ। ਇੱਥੋਂ ਦੇ ਹੀ ਤੌਰ ਤਰੀਕੇ ਜਾਣਦੀ ਸੀ। ਪਰ ਮੈਂ ਸੁਣਿਆ ਸੀ ਕਿ ਅਮੀਰ ਲੋਕਾਂ ਦੇ ਤਾਂ ਅਲੱਗ-ਅਲੱਗ ਢੰਗ ਹੁੰਦੇ ਨੇ ਅਤੇ ਉਹਨਾਂ ਦੇ ਖਾਣ ਦਾ ਤਰੀਕਾ ਵੀ ਅਲੱਗ ਹੁੰਦਾ। ਪਤਾ ਨਹੀਂ ਮੈਂ ਆਪਣੇ ਸਹੁਰੇ ਘਰ ਉਹਨਾਂ ਦੇ ਢੰਗਾਂ ਨੂੰ ਅਪਣਾ ਪਾਵਾਂਗੀ ਜਾਂ ਨਹੀਂ। ਬਸ ਇਸੇ ਡਰ ਤੋਂ ਮੈਂ ਘਬਰਾ ਗਈ ਸੀ। ਪਰ ਮੇਰੀ ਮਾਂ ਨੇ ਕਿਹਾ ਕਿ ਧੀਏ, ਤੈਨੂੰ ਉੱਥੇ ਬਹੁਤਾ ਕੁਝ ਕਰਨ ਦੀ ਲੋੜ ਨਹੀਂ, ਉੱਥੇ ਬਹੁਤ ਨੌਕਰ ਚਾਕਰ ਨੇ, ਸਾਰਾ ਕੰਮ ਉਹੀ ਕਰਦੇ ਨੇ। ਮੈਨੂੰ ਇਹ ਸੁਣ ਕੇ ਥੋੜ੍ਹਾ ਹੌਸਲਾ ਤਾਂ ਮਿਲਿਆ। ਫਿਰ ਦਿਲ ਵਿੱਚ ਖਿਆਲ ਆਇਆ ਕਿ ਸ਼ੁਰੂ ਵਿੱਚ ਥੋੜ੍ਹਾ ਧਿਆਨ ਨਾਲ ਕਰ ਲਵਾਂਗੀ, ਉਸ ਤੋਂ ਬਾਅਦ ਤਾਂ ਮੈਂ ਉਹਨਾਂ ਦੇ ਰਹਿਣ ਸਹਿਣ ਸਿੱਖ ਹੀ ਲਵਾਂਗੀ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਜਦੋਂ ਮੈਨੂੰ ਪਤਾ ਲੱਗਾ ਕਿ ਉਹ ਮੁੰਡਾ ਵੀ ਇਕੱਲਾ ਹੀ ਹੈ, ਜਿੱਦਾਂ ਮੇਰੇ ਪਾਪਾ ਕਹਿੰਦੇ ਸੀ ਕਿ ਬਿਲਕੁਲ ਉੱਦਾਂ ਹੀ ਹੋਇਆ। ਮੇਰਾ ਰਿਸ਼ਤਾ ਪੱਕਾ ਹੋ ਗਿਆ, ਵਿਆਹ ਦੀ ਤਰੀਕ ਵੀ ਤੈਅ ਹੋ ਗਈ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਸਾਰੇ ਰਿਸ਼ਤੇਦਾਰ ਆ ਗਏ। ਸਾਰੇ ਲੋਕ ਹੀ ਬਹੁਤ ਖੁਸ਼ ਸੀ ਕਿ ਰਜਨੀ ਦਾ ਰਿਸ਼ਤਾ ਤਾਂ ਬਹੁਤ ਵਧੀਆ ਘਰ ਵਿੱਚ ਹੋਇਆ ਹੈ, ਬਹੁਤ ਵਧੀਆ ਕਾਰੋਬਾਰ ਹੈ, ਮੁੰਡਾ ਇਕੱਲਾ ਹੈ, ਸਭ ਕੁਝ ਰਜਨੀ ਦਾ ਹੀ ਹੈ। ਪਰ ਮੇਰੇ ਮਨ ਵਿੱਚ ਕੋਈ ਪੈਸੇ ਦਾ ਲਾਲਚ ਨਹੀਂ ਸੀ। ਮੈਂ ਤਾਂ ਪਰਮਾਤਮਾ ਤੋਂ ਇਹੀ ਅਰਦਾਸ ਕਰਦੀ ਸੀ ਕਿ ਬਸ ਮੈਂ ਆਪਣੇ ਸਹੁਰੇ ਘਰ ਸੁਖੀ ਰਵਾਂ। ਮੈਂ ਆਪਣੇ ਮਾਂ ਬਾਪ ਦੇ ਨਾਲ ਪੂਰੇ 20 ਸਾਲ ਹੱਸੀ ਖੁਸ਼ੀ ਗੁਜ਼ਾਰੇ ਸੀ। ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਮੈਂ ਹਮੇਸ਼ਾ ਹੀ ਆਪਣੇ ਮਾਂ ਪਿਓ ਦਾ ਸਿਰ ਉੱਚਾ ਰੱਖਿਆ ਸੀ। ਬਸ ਉਸੇ ਤਰ੍ਹਾਂ ਆਪਣਿਆਂ ਸਹੁਰਿਆਂ ਦਾ ਵੀ ਰੱਖਣਾ ਚਾਹੁੰਦੀ ਸੀ। ਖੈਰ, ਇਹ ਸਭ ਸੋਚਦੇ ਵਿਆਹ ਦੀਆਂ ਰਸਮਾਂ ਦੇ ਨਾਲ ਵਿਆਹ ਦਾ ਦਿਨ ਵੀ ਆ ਗਿਆ। ਮੇਰੇ ਹੋਣ ਵਾਲੇ ਘਰ ਵਾਲੇ ਦਾ ਨਾਮ ਰਾਹੁਲ ਸੀ। ਰਾਹੁਲ ਕਾਫੀ ਸੰਸਕਾਰੀ ਸੀ। ਮੈਂ ਉਸਨੂੰ ਵਿਆਹ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਦੇਖਿਆ ਸੀ।
ਅਸਲ ਵਿੱਚ ਸਾਡੇ ਖਾਨਦਾਨ ਵਿੱਚ ਇਹ ਰਿਵਾਜ ਸੀ ਕਿ ਵਿਆਹ ਤੋਂ ਪਹਿਲਾਂ ਕੁੜੀ ਅਤੇ ਮੁੰਡਾ ਆਪਸ ਵਿੱਚ ਨਾ ਮਿਲ ਸਕਣ। ਦਰਅਸਲ ਉਹ ਲੋਕ ਸ਼ਹਿਰ ਦੇ ਪੜ੍ਹੇ ਲਿਖੇ ਸੀ, ਇਸ ਲਈ ਉਹਨਾਂ ਦੇ ਦਿਲ ਵਿੱਚ ਤਾਂ ਸੀ ਕਿ ਉਹ ਵਿਆਹ ਤੋਂ ਪਹਿਲਾਂ ਮੈਨੂੰ ਦੇਖਣ, ਪਰ ਸਾਡੇ ਸਮਾਜ ਵਿੱਚ ਇਹ ਪਰੰਪਰਾ ਨਹੀਂ ਸੀ। ਉਹ ਵੀ ਇਸ ਗੱਲ ਨੂੰ ਮੰਨ ਗਏ ਸੀ। ਜਦੋਂ ਮੈਂ ਵਿਆਹ ਵਾਲੇ ਦਿਨ ਪਹਿਲੀ ਵਾਰੀ ਰਾਹੁਲ ਨੂੰ ਦੇਖਿਆ ਤਾਂ ਮੈਨੂੰ ਬਹੁਤ ਖੁਸ਼ੀ ਹੋਈ, ਕਿਉਂਕਿ ਉਹ ਬਹੁਤ ਹੀ ਜ਼ਿਆਦਾ ਸੋਹਣਾ ਸੀ। ਵਿਆਹ ਹੋਣ ਤੋਂ ਕੁਝ ਦੇਰ ਬਾਅਦ ਹੀ ਅਸੀਂ ਦੋਨੋਂ ਬਹਿ ਗਏ ਤੇ ਸਾਨੂੰ ਇਕੱਲੇ ਛੱਡ ਦਿੱਤਾ ਗਿਆ। ਅਸੀਂ ਆਪਸ ਵਿੱਚ ਗੱਲਾਂ ਕੀਤੀਆਂ। ਗੱਲਾਂ ਕਰਨ ਤੋਂ ਬਾਅਦ ਮੇਰੇ ਦਿਲ ਵਿੱਚ ਜੋ ਵਹਿਮ ਸੀ ਉਹ ਸਾਰੇ ਦੂਰ ਹੋ ਗਏ, ਕਿਉਂਕਿ ਉਸ ਦੀਆਂ ਗੱਲਾਂ ਤੋਂ ਮੈਨੂੰ ਨਹੀਂ ਲੱਗ ਰਿਹਾ ਸੀ ਕਿ ਉਹ ਇੱਕ ਅਮੀਰ ਘਰ ਦਾ ਮੁੰਡਾ ਹੈ। ਜਦੋਂ ਕਿ ਮੈਂ ਸੁਣਿਆ ਸੀ ਕਿ ਅਮੀਰ ਘਰ ਦੇ ਲੋਕ ਬਹੁਤ ਹੀ ਘਮੰਡੀ ਹੁੰਦੇ ਹਨ ਤੇ ਗੁੱਸੇ ਵਾਲੇ ਵੀ ਹੁੰਦੇ ਨੇ, ਪਰ ਰਾਹੁਲ ਵਿੱਚ ਇਹ ਨਜ਼ਰ ਨਹੀਂ ਆ ਰਿਹਾ ਸੀ। ਉਹ ਬਿਲਕੁਲ ਹੀ ਸ਼ਾਂਤ ਅਤੇ ਸੰਸਕਾਰਾਂ ਦੀਆਂ ਗੱਲਾਂ ਕਰ ਰਿਹਾ ਸੀ। ਵਿਆਹ ਤੋਂ ਬਾਅਦ ਜਦੋਂ ਅਸੀਂ ਇਕੱਲੇ ਬੈਠੇ ਸੀ, ਉਸ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਉਹ ਉਮਰ ਭਰ ਮੇਰਾ ਸਾਥ ਨਿਭਾਵੇਗਾ ਤੇ ਹਮੇਸ਼ਾ ਮੇਰੀਆਂ ਜ਼ਰੂਰਤਾਂ ਦਾ ਧਿਆਨ ਰੱਖੇਗਾ। ਜਿਸ ਤਰ੍ਹਾਂ ਉਹ ਆਪਣੇ ਮਾਂ-ਪਿਓ ਦਾ ਇਕੱਲਾ ਪੁੱਤ ਹੈ, ਉਸੇ ਤਰ੍ਹਾਂ ਸਹੁਰਿਆਂ ਦਾ ਵੀ ਇਕੱਲਾ ਜਵਾਈ ਹੈ ਤੇ ਆਪਣੇ ਮਾਂ-ਪਿਓ ਦੇ ਨਾਲ ਉਹ ਆਪਣੇ ਸੱਸ ਸਹੁਰੇ ਦਾ ਵੀ ਓਨਾ ਹੀ ਸਨਮਾਨ ਕਰੇਗਾ ਤੇ ਉਹਨਾਂ ਦਾ ਵੀ ਧਿਆਨ ਰੱਖੇਗਾ। ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਤਸੱਲੀ ਹੋਈ ਤੇ ਖੁਸ਼ੀ ਵੀ। ਮੈਂ ਫੁੱਲੀ ਨਹੀਂ ਸਮਾ ਰਹੀ ਸੀ। ਸ਼ਾਇਦ ਮੇਰੀ ਖੁਸ਼ੀ ਇੰਨੀ ਵੱਧ ਗਈ ਕਿ ਮੈਂ ਵਿਦਾ ਹੁੰਦੇ ਸਮੇਂ ਮੈਨੂੰ ਰੋਣਾ ਵੀ ਨਹੀਂ ਆਇਆ। ਪਰ ਇਹ ਦਸਤੂਰ ਸੀ ਕਿ ਜਦੋਂ ਕੁੜੀ ਆਪਣੇ ਘਰ ਤੋਂ ਵਿਦਾ ਹੁੰਦੀ ਹੈ, ਬਿਨਾਂ ਰੋਏ ਕਿੱਦਾਂ ਜਾ ਸਕਦੀ ਹੈ। ਚਾਹੇ ਕਿੰਨੀ ਵੀ ਕੋਸ਼ਿਸ਼ ਕਰ ਲਵੇ, ਉਸ ਦੀਆਂ ਅੱਖਾਂ ਵਿੱਚ ਹੰਝੂ ਆ ਹੀ ਜਾਂਦੇ ਨੇ। ਖੈਰ, ਵਿਦਾਈ ਦਾ ਵੇਲਾ ਆਉਂਦੇ ਆਉਂਦੇ ਮੇਰੇ ਤੋਂ ਰਿਹਾ ਨਾ ਗਿਆ। ਮੇਰੇ ਅੰਦਰਲਾ ਸਾਰਾ ਦੁੱਖ ਬਾਹਰ ਆ ਗਿਆ ਜੋ ਇੰਨੇ ਦਿਨਾਂ ਤੋਂ ਭਰਿਆ ਪਿਆ ਸੀ। ਮੈਂ ਆਪਣੇ ਮਾਂ-ਪਿਓ ਦੇ ਗਲੇ ਲੱਗੀ ਤੇ ਰੋਣ ਲੱਗੀ। ਇਸ ਕਦਰ ਹਾਲਤ ਦੇਖਦੇ ਹੋਏ ਮੈਂ ਆਪਣੇ ਅਥਰੂ ਨਹੀਂ ਰੋਕ ਪਾਈ। ਉਹਨਾਂ ਦੇ ਅੰਦਰ ਵੀ ਮੇਰੀ ਵਿਦਾਈ ਨੂੰ ਲੈ ਕੇ ਦੁੱਖ ਸੀ, ਕਿਉਂਕਿ ਮੈਂ ਉਹਨਾਂ ਦੀ ਇਕੱਲੀ ਧੀ ਸੀ ਤੇ ਇੰਨੇ ਸਾਲ ਉਹਨਾਂ ਦੇ ਨਾਲ ਰਹੀ ਸੀ। ਅੱਜ ਮੈਂ ਕਿਸੇ ਹੋਰ ਦੇ ਘਰ ਜਾ ਰਹੀ ਸੀ। ਮੈਂ ਆਪਣੇ ਆਪ ਨੂੰ ਸੰਭਾਲਿਆ। ਮੇਰੇ ਪਿਓ ਨੇ ਮੇਰੇ ਸਿਰ ਤੇ ਹੱਥ ਰੱਖਿਆ ਕਿ ਧੀਏ, ਤੂੰ ਘਬਰਾ ਨਾ, ਤੇਰੇ ਸਹੁਰੇ ਤੈਨੂੰ ਸਾਡੇ ਨਾਲੋਂ ਜ਼ਿਆਦਾ ਖੁਸ਼ ਰੱਖਣਗੇ। ਤੈਨੂੰ ਕਦੇ ਸਾਡੀ ਕਮੀ ਮਹਿਸੂਸ ਨਹੀਂ ਹੋਵੇਗੀ। ਉੱਦਾਂ ਵੀ ਤੇਰੇ ਸਹੁਰੇ ਘਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਬਸ ਜਦੋਂ ਦਿਲ ਕਰੇ ਤੂੰ ਸਾਨੂੰ ਮਿਲਣ ਆ ਜਾਵੀਂ। ਇਹਦੇ ਵਿੱਚ ਕਿਹੜੀ ਕੋਈ ਵੱਡੀ ਗੱਲ ਆ। ਫਿਰ ਮੇਰੀ ਸੱਸ ਆਈ ਤੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ, ਧੀਏ ਰੋ ਨਾ, ਮੈਂ ਤੇਰੀ ਮਾਂ ਬਣ ਕੇ ਰਹਾਂਗੀ। ਤੈਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੋਣ ਦੇਵਾਂਗੀ। ਜਦੋਂ ਤੇਰਾ ਆਪਣੇ ਮਾਂ-ਪਿਓ ਨੂੰ ਮਿਲਣ ਦਾ ਦਿਲ ਕਰੇ ਤਾਂ ਆ ਕੇ ਮਿਲ ਸਕਦੀ ਹੈ। ਤੈਨੂੰ ਕੋਈ ਨਹੀਂ ਰੋਕੇਗਾ। ਇਹਨਾਂ ਗੱਲਾਂ ਨਾਲ ਮੈਨੂੰ ਹੌਸਲਾ ਮਿਲ ਗਿਆ। ਹੁਣ ਮੇਰੀਆਂ ਅੱਖਾਂ ਵਿੱਚ ਅੱਥਰੂ ਨਹੀਂ ਆ ਰਹੇ ਸੀ। ਮੈਂ ਬਹੁਤ ਖੁਸ਼ ਸੀ ਤੇ ਆਪਣੇ ਸਹੁਰਿਆਂ ਘਰ ਨੂੰ ਚੱਲ ਪਈ। ਸਹੁਰੇ ਜਾਣ ਤੋਂ ਬਾਅਦ ਜਦੋਂ ਮੈਂ ਆਪਣੀ ਹਵੇਲੀ ਨੂੰ ਵੇਖਿਆ ਤਾਂ ਮੈਂ ਹੈਰਾਨ ਰਹਿ ਗਈ। ਇੰਨੀ ਵੱਡੀ ਹਵੇਲੀ ਵਿੱਚ ਸਿਰਫ 3 ਲੋਕ ਹੀ ਰਹਿੰਦੇ ਸੀ। ਮੈਂ ਆਪਣੇ ਦਿਲ ਵਿੱਚ ਸਵਾਲ ਕਰ ਰਹੀ ਸੀ, ਭਲਾ ਇੰਨੀ ਵੱਡੀ ਹਵੇਲੀ ਬਣਾਉਣ ਦਾ ਕੀ ਮਤਲਬ ਸੀ ਜਦੋਂ ਤਿੰਨਾਂ ਨੇ ਹੀ ਰਹਿਣਾ ਸੀ। ਖੈਰ, ਮੇਰੇ ਮਨ ਵਿੱਚ ਆਇਆ ਕਿ ਵੱਡੇ ਲੋਕ ਨੇ ਆਪਣੀ ਆਪਣੀ ਪਸੰਦ ਹੁੰਦੀ ਹੈ, ਮੇਰਾ ਕੀ ਹੈ। ਮੇਰੇ ਮਨ ਵਿੱਚ ਆਇਆ ਕਿ ਇੰਨੀ ਵੱਡੀ ਹਵੇਲੀ ਦਾ ਕੰਮ ਕੌਣ ਕਰਦਾ ਹੋਵੇਗਾ। ਫਿਰ ਮੈਨੂੰ ਆਪਣੇ ਮਾਂ-ਪਿਓ ਦੀ ਗੱਲ ਯਾਦ ਆਈ ਕਿ ਘਰ ਵਿੱਚ ਨੌਕਰ ਨੇ। ਸਾਰੀਆਂ ਰਸਮਾਂ ਰਿਵਾਜ਼ਾਂ ਤੋਂ ਬਾਅਦ ਮੈਨੂੰ ਰਾਹੁਲ ਦੇ ਕਮਰੇ ਵਿੱਚ ਭੇਜ ਦਿੱਤਾ ਗਿਆ। ਕਮਰਾ ਬਹੁਤ ਸੋਹਣਾ ਸੀ। ਇੱਕ ਪਲ ਲਈ ਤਾਂ ਮੈਂ ਉਸ ਦੀ ਸਜਾਵਟ ਨੂੰ ਦੇਖ ਕੇ ਆਪਣੇ ਆਪ ਨੂੰ ਹੀ ਭੁੱਲ ਗਈ। ਇਹ ਇੰਨਾ ਸੋਹਣਾ ਕਮਰਾ ਸੀ। ਇਸ ਦਿਨ ਮੈਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੀ ਸੀ, ਇਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੂੰ ਮੈਂ ਕਦੇ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਨਹੀਂ ਦੇਖਿਆ ਸੀ। ਇਸ ਦਿਨ ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਜਿਸ ਤਰ੍ਹਾਂ ਮੈਂ ਆਪਣੇ ਮਾਂ-ਪਿਓ ਨੂੰ ਹਮੇਸ਼ਾ ਇੰਨਾ ਮਾਣ ਦਿੱਤਾ ਹੈ, ਉਸੇ ਤਰ੍ਹਾਂ ਇਹਨਾਂ ਨੂੰ ਵੀ ਕਦੇ ਨਿਰਾਸ਼ ਨਹੀਂ ਹੋਣ ਦੇਵਾਂਗੀ। ਇੱਕ ਚੰਗੀ, ਸੱਚੀ ਤੇ ਨੇਕ ਨੂੰਹ ਬਣ ਕੇ ਰਹਾਂਗੀ। ਹਮੇਸ਼ਾ ਇਹਨਾਂ ਦਾ ਧਿਆਨ ਰੱਖਾਂਗੀ। ਇਹੀ ਸਭ ਸੋਚ ਕੇ ਮੈਂ ਬੈਠੀ ਸੀ। ਇੰਨੇ ਨੂੰ ਰਾਹੁਲ ਆ ਗਏ। ਅਸੀਂ ਇੱਕ ਦੂਜੇ ਨਾਲ ਗੱਲਾਂ ਕੀਤੀਆਂ। ਗੱਲਾਂ ਕਰਨ ਤੋਂ ਬਾਅਦ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਰਾਤ ਲੇਟ ਸੌਣ ਦੀ ਵਜ੍ਹਾ ਕਰਕੇ ਦੂਜੇ ਦਿਨ ਮੇਰੀ ਅੱਖ ਖੁੱਲ੍ਹੀ। ਉਂਝ ਤਾਂ ਮੈਨੂੰ ਜਲਦੀ ਉੱਠਣ ਦੀ ਆਦਤ ਸੀ, ਪਰ ਸ਼ਾਇਦ ਅੱਜ ਥਕਾਵਟ ਦੀ ਵਜ੍ਹਾ ਨਾਲ ਮੇਰੇ ਤੋਂ ਉੱਠਿਆ ਨਹੀਂ ਗਿਆ। ਫਿਰ ਰਾਹੁਲ ਦੇ ਫ਼ੋਨ ਦੀ ਆਵਾਜ਼ ਸੁਣ ਕੇ ਮੇਰੀ ਅੱਖ ਖੁੱਲ੍ਹ ਗਈ। ਅੱਖ ਖੁੱਲ੍ਹਦੇ ਹੀ ਮੈਂ ਆਪਣੇ ਬੈੱਡ ਤੋਂ ਉੱਠ ਕੇ ਖੜੀ ਹੋ ਗਈ। ਰਾਹੁਲ ਨੇ ਫ਼ੋਨ ਰੱਖਦੇ ਹੋਏ ਕਿਹਾ, ਇੰਨੀ ਘਬਰਾ ਕਿਉਂ ਰਹੀ ਹਾਂ, ਆਰਾਮ ਨਾਲ ਉੱਠ ਜਾ, ਹਜੇ ਤਾਂ ਮੰਮੀ ਪਾਪਾ ਵੀ ਨਹੀਂ ਉੱਠੇ। ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ ਕਿ ਇੰਨੀ ਦੇਰ ਹੋ ਗਈ ਹੈ, ਮੰਮੀ ਪਾਪਾ ਅਜੇ ਤੱਕ ਕਿਉਂ ਨਹੀਂ ਉੱਠੇ। ਤਾਂ ਰਾਹੁਲ ਨੇ ਕਿਹਾ, ਅਸੀਂ ਥੋੜ੍ਹਾ ਲੇਟ ਹੀ ਉੱਠਦੇ ਹਾਂ। ਵੈਸੇ ਮੰਮੀ ਤੇ ਪਾਪਾ ਰਾਤ ਨੂੰ ਲੇਟ ਸੌਂਦੇ ਨੇ, ਕਿਉਂਕਿ ਬਜ਼ੁਰਗ ਹੋ ਗਏ ਨੇ, ਉਹਨਾਂ ਨੂੰ ਜਲਦੀ ਨੀਂਦ ਨਹੀਂ ਆਉਂਦੀ, ਇਸ ਲਈ ਉਹ ਲੇਟ ਹੀ ਉੱਠਦੇ ਨੇ ਤੇ ਮੈਂ ਦਫ਼ਤਰ ਜਾਣਾ ਸੀ, ਇਸ ਲਈ ਮੈਂ ਜਲਦੀ ਉੱਠ ਗਿਆ ਤੇ ਤਿਆਰੀ ਵਿੱਚ ਲੱਗ ਗਿਆ। ਹੁਣ ਖੈਰ, ਜੇ ਤੂੰ ਉੱਠ ਗਈ ਹੈ ਤਾਂ ਜਲਦੀ ਨਾਲ ਤਿਆਰ ਹੋ ਕੇ ਹੇਠਾਂ ਚਲੀ ਜਾਵੀਂ। ਰਾਹੁਲ ਨੇ ਮੈਨੂੰ ਕਿਹਾ ਕਿ ਮੈਂ ਦਫ਼ਤਰ ਜਾ ਰਿਹਾ ਹਾਂ
ਮੈਨੂੰ ਕੰਮ ਹੈ। ਮੈਂ ਰਾਹੁਲ ਨੂੰ ਕਿਹਾ ਕਿ ਤੁਸੀਂ ਦਫ਼ਤਰ ਜਾ ਰਹੇ ਹੋ, ਮੈਨੂੰ ਰਸੋਈ ਕੌਣ ਦਿਖਾਵੇਗਾ, ਕਿਉਂਕਿ ਮੰਮੀ ਪਾਪਾ ਤਾਂ ਹਾਲੇ ਉੱਠੇ ਨਹੀਂ। ਰਾਹੁਲ ਨੇ ਹੈਰਾਨ ਹੁੰਦੇ ਕਿਹਾ ਕਿ ਤੂੰ ਰਸੋਈ ਵਿੱਚ ਕੀ ਕਰਨਾ ਹੈ। ਮੈਂ ਕਿਹਾ ਅੱਜ ਮੇਰਾ ਸਹੁਰੇ ਘਰ ਵਿੱਚ ਪਹਿਲਾ ਦਿਨ ਹੈ, ਕੁਝ ਮਿੱਠਾ ਵੀ ਤਾਂ ਬਣਾਉਣਾ ਹੈ। ਉਸਨੇ ਹੱਸਦੇ ਹੋਏ ਕਿਹਾ ਕਿ ਹਾਂ ਇਹ ਤਾਂ ਹੈ, ਚਲੋ ਖੈਰ ਜੇ ਤੂੰ ਕਹਿੰਦੀ ਆ ਤਾਂ ਥੋੜ੍ਹਾ ਦੇਰ ਨਾਲ ਚਲਿਆ ਜਾਵਾਂਗਾ। ਮੈਂ ਜਲਦੀ ਨਾਲ ਤਿਆਰ ਹੋ ਗਈ। ਫਿਰ ਅਸੀਂ ਦੋਨੋਂ ਹੇਠਾਂ ਆ ਗਏ। ਮੈਂ ਦੇਖਿਆ ਕਿ ਮੇਰੇ ਸੱਸ ਸਹੁਰਾ ਵੀ ਉੱਠ ਗਏ ਸੀ। ਅਸੀਂ ਦੋਨਾਂ ਨੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਇਆ ਤੇ ਮੈਂ ਰਸੋਈ ਵਿੱਚ ਗਈ ਅਤੇ ਕੁਝ ਮਿੱਠਾ ਬਣਾ ਲਿਆ। ਉੱਥੇ ਇੱਕ ਨੌਕਰ ਵੀ ਸੀ ਜੋ ਕੰਮ ਕਰ ਰਿਹਾ ਸੀ। ਉਸਨੇ ਮੈਨੂੰ ਨਮਸਤੇ ਕੀਤੀ ਤੇ ਆਪਣੇ ਕੰਮ ਵਿੱਚ ਲੱਗ ਗਿਆ। ਉਹ ਨੌਕਰ ਜ਼ਿਆਦਾ ਉਮਰ ਦਾ ਨਹੀਂ ਸੀ, ਸ਼ਾਇਦ ਰਾਹੁਲ ਤੋਂ ਥੋੜ੍ਹਾ ਹੀ ਵੱਡਾ ਹੋਵੇ। ਖੈਰ ਸਾਰੇ ਲੋਕ ਉਸ ਨੂੰ ਰਾਜੂ ਕਹਿੰਦੇ ਸੀ। ਰਾਜੂ ਕੰਮ ਵਿੱਚ ਇੰਨੀ ਤੇਜ਼ ਤੇ ਸਫਾਈ ਰੱਖਦਾ ਸੀ ਕਿ ਇਸ ਗੱਲ ਦਾ ਮੈਨੂੰ ਯਕੀਨ ਉਦੋਂ ਹੋਇਆ ਜਦੋਂ ਮੈਨੂੰ ਪਤਾ ਲੱਗਿਆ ਕਿ ਘਰ ਵਿੱਚ ਸਿਰਫ ਇੱਕ ਹੀ ਨੌਕਰ ਹੈ ਤੇ ਉਹ ਹੈ ਰਾਜੂ। ਰਾਜੂ ਇੰਨੀ ਵੱਡੀ ਹਵੇਲੀ ਦਾ ਝਾੜੂ ਪੋਚਾ, ਸਾਰੇ ਘਰ ਦਾ ਖਾਣਾ, ਕੱਪੜੇ ਲੀੜੇ, ਸਾਰੇ ਕੰਮ ਉਹੀ ਕਰਦਾ ਸੀ ਤੇ ਬੜੀ ਸਫਾਈ ਨਾਲ ਕਰਦਾ ਸੀ। ਬੜਾ ਹੀ ਨੇਕ ਦਿਲ ਇਨਸਾਨ ਸੀ। ਹਰ ਸਮੇਂ ਬਸ ਕੰਮ ਕਰਨ ਦੇ ਬਹਾਨੇ ਹੀ ਲੱਭਦਾ ਰਹਿੰਦਾ ਸੀ। ਖੈਰ ਅਸੀਂ ਲੋਕਾਂ ਨੇ ਬੈਠ ਕੇ ਨਾਸ਼ਤਾ ਕੀਤਾ। ਮੈਂ ਸਿੱਧਾ ਆਪਣੇ ਕਮਰੇ ਵਿੱਚ ਗਈ ਤੇ ਫ਼ੋਨ 'ਤੇ ਮਾਂ ਪਾਪਾ ਨਾਲ ਗੱਲ ਕਰਨ ਲੱਗੀ। ਵੈਸੇ ਮੇਰੇ ਸਹੁਰੇ ਬਹੁਤ ਚੰਗੇ ਸੀ। ਮੈਂ ਸ਼ਹਿਰ ਵੀ ਨਹੀਂ ਕਹਿ ਸਕਦੀ ਸੀ ਤੇ ਪਿੰਡ ਵੀ ਨਹੀਂ, ਕਿਉਂਕਿ ਸਾਡੀ ਹਵੇਲੀ ਉੱਥੇ ਬਣੀ ਸੀ ਜਿੱਥੇ ਨੇੜੇ ਤੇੜੇ ਪਿੰਡ ਹੀ ਪਿੰਡ ਸੀ। ਮੇਰੇ ਸਹੁਰੇ ਘਰ ਦਾ ਜੋ ਤੌਰ ਤਰੀਕਾ ਸੀ ਬਿਲਕੁਲ ਸ਼ਹਿਰੀਆਂ ਵਰਗਾ ਸੀ। ਖੈਰ ਇੱਦਾਂ ਹੀ ਦਿਨ ਬੀਤਦੇ ਗਏ ਰਹੇ। ਇੱਕ ਦਿਨ ਮੈਂ ਬੈਠੀ ਸੀ ਤੇ ਮੈਨੂੰ ਲੱਗਿਆ ਕਿ ਮੇਰੇ ਹੱਥਾਂ ਦੀ ਮਹਿੰਦੀ ਉਤਰ ਗਈ, ਕਿਉਂਕਿ ਵਿਆਹ ਨੂੰ ਕਾਫੀ ਦਿਨ ਹੋ ਗਏ ਸੀ। ਮੈਂ ਸੋਚਿਆ ਕਿ ਕਿਉਂ ਨਾ ਮੈਂ ਮਹਿੰਦੀ ਫਿਰ ਤੋਂ ਲਾ ਲਵਾਂ, ਕਿਉਂਕਿ ਮੈਨੂੰ ਬਚਪਨ ਤੋਂ ਹੀ ਮਹਿੰਦੀ ਲਾਉਣ ਦਾ ਬਹੁਤ ਸ਼ੌਂਕ ਸੀ ਤੇ ਮੈਂ ਮਹਿੰਦੀ ਲਾਉਣ ਵਿੱਚ ਐਕਸਪਰਟ ਵੀ ਸੀ, ਕਿਉਂਕਿ ਆਪਣੇ ਵਿਆਹ ਉੱਤੇ ਮੈਂ ਆਪਣੀ ਮਹਿੰਦੀ ਆਪੇ ਲਾਈ ਸੀ। ਮੈਂ ਫਿਰ ਮਹਿੰਦੀ ਲਾ ਲਈ। ਫਿਰ ਮਾਂ ਦਾ ਫੋਨ ਆਇਆ। ਉਹਨਾਂ ਨੇ ਕਿਹਾ ਅੱਜ ਤੇਰੇ ਪਾਪਾ ਦੀ ਤਬੀਅਤ ਖਰਾਬ ਹੈ। ਮੈਨੂੰ ਉਹਨਾਂ ਦੀ ਫਿਕਰ ਹੋਣ ਲੱਗੀ। ਮੈਂ ਸੋਚਿਆ ਕਿ ਕਿਉਂ ਨਾ ਮੈਂ ਉਹਨਾਂ ਨੂੰ ਮਿਲ ਕੇ ਆਵਾਂ। ਮੈਂ ਮਹਿੰਦੀ ਲੱਗੇ ਹੱਥਾਂ ਨਾਲ ਹੇਠਾਂ ਗਈ ਤੇ ਆਪਣੀ ਸੱਸ ਨੂੰ ਕਿਹਾ ਕਿ ਮੇਰੇ ਪਾਪਾ ਦੀ ਸਿਹਤ ਖਰਾਬ ਹੈ, ਕੀ ਮੈਂ ਉਹਨਾਂ ਨੂੰ ਮਿਲਣ ਜਾ ਸਕਦੀ ਹਾਂ। ਮੇਰੀ ਸੱਸ ਨੇ ਕਿਹਾ ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ, ਜੇ ਤੇਰਾ ਦਿਲ ਕਰਦਾ ਹੈ ਤਾਂ ਤੂੰ ਇੱਕ ਰਾਤ ਰੁਕ ਵੀ ਜਾਈਂ। ਫਿਰ ਮੇਰੀ ਸੱਸ ਨੇ ਮੇਰੇ ਹੱਥਾਂ 'ਤੇ ਲੱਗੀ ਮਹਿੰਦੀ ਵੱਲ ਵੇਖਿਆ ਤੇ ਕਿਹਾ ਇਸ ਨੂੰ ਧੋ ਲੈ, ਇਸ ਨੂੰ ਲਾ ਕੇ ਬਾਹਰ ਨਾ ਜਾਈਂ। ਮੈਂ ਕਿਹਾ ਮੈਂ ਤਾਂ ਇਹ ਹੁਣੇ ਲਾਈ ਹੈ, ਹਾਲੇ ਤਾਂ ਸੁੱਕੀ ਵੀ ਨਹੀਂ, ਇਸਦਾ ਰੰਗ ਵੀ ਨਹੀਂ ਆਇਆ, ਇਸ ਲਈ ਕੋਈ ਦਿੱਕਤ ਨਹੀਂ ਹੈ, ਮੈਂ ਉੱਥੇ ਜਾ ਕੇ ਧੋ ਲਵਾਂਗੀ, ਕਿਉਂਕਿ ਮੈਂ ਤਾਂ ਘਰ ਵਿੱਚ ਹੀ ਜਾਣਾ ਹੈ। ਮੇਰੀ ਸੱਸ ਨੇ ਕਿਹਾ ਨਹੀਂ, ਤੂੰ ਮਹਿੰਦੀ ਲਾ ਕੇ ਤੇ ਲਾਲ ਚੁੰਨੀ ਲੈ ਕੇ ਘਰੋਂ ਇੱਕ ਕਦਮ ਵੀ ਬਾਹਰ ਨਾ ਰੱਖੀ। ਮੈਂ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੀ। ਫਿਰ ਮੈਨੂੰ ਥੋੜ੍ਹਾ ਅਜੀਬ ਲੱਗਿਆ ਤੇ ਮੈਂ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਹੈਰਾਨ ਹੋਈ ਕਿ ਭਲਾ ਮਹਿੰਦੀ ਲਾ ਕੇ ਤੇ ਲਾਲ ਚੁੰਨੀ ਲੈ ਕੇ ਬਾਹਰ ਜਾਣ 'ਚ ਕੀ ਰਿਸਕ ਹੈ। ਮੇਰੀ ਸੱਸ ਨੇ ਕਿਹਾ ਤੂੰ ਮਹਿੰਦੀ ਨੂੰ ਧੋ ਬਹਿਸ ਕਰਨਾ ਚੰਗਾ ਨਹੀਂ ਸੀ ਲੱਗ ਰਿਹਾ, ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ ਹੋਵੇ, ਇਸ ਲਈ ਮੈਂ ਆਪਣੇ ਹੱਥ ਧੋ ਲਏ। ਹਾਲੇ ਮਹਿੰਦੀ ਲਾਈ ਹੀ ਸੀ, ਇਸ ਲਈ ਉਸ ਦੀ ਵਜ੍ਹਾ ਨਾਲ ਮਹਿੰਦੀ ਦਾ ਰੰਗ ਵੀ ਨਹੀਂ ਚੜ੍ਹਿਆ ਸੀ। ਖੈਰ ਮੈਂ ਸੋਚਿਆ ਕਿ ਫਿਰ ਲਾ ਲਵਾਂਗੀ। ਫਿਰ ਮੈਂ ਆਪਣੇ ਮਾਂ ਪਿਓ ਨੂੰ ਮਿਲਣ ਲਈ ਚਲੀ ਗਈ। ਕੁਝ ਘੰਟੇ ਉਹਨਾਂ ਨਾਲ ਗੱਲਾਂ ਕਰਨ ਤੋਂ ਬਾਅਦ ਮੈਂ ਵਾਪਸ ਆ ਗਈ। ਸ਼ਾਮ ਨੂੰ ਰਾਹੁਲ ਦੇ ਆਉਣ ਤੋਂ ਬਾਅਦ ਮੈਂ ਸਾਰੀ ਗੱਲ ਦੱਸੀ ਤਾਂ ਰਾਹੁਲ ਨੇ ਕਿਹਾ ਮਾਂ ਠੀਕ ਕਹਿ ਰਹੀ ਹੈ, ਤੂੰ ਮਹਿੰਦੀ ਲਾ ਕੇ ਕਦੇ ਘਰ ਤੋਂ ਬਾਹਰ ਭੁੱਲ ਕੇ ਵੀ ਨਾ ਜਾਈਂ। ਮੈਂ ਰਾਹੁਲ ਨੂੰ ਕਿਹਾ ਕਿ ਇਹੋ ਜਿਹੀ ਕੀ ਗੱਲ ਹੈ, ਮੈਨੂੰ ਕੋਈ ਦੱਸੂਗਾ। ਮਾਂ ਵੀ ਇਸ ਗੱਲ ਲਈ ਬਹੁਤ ਘਬਰਾਈ ਹੋਈ ਸੀ। ਰਾਹੁਲ ਨੇ ਮੈਨੂੰ ਕਿਹਾ ਕਿ ਹਾਂ, ਇਸ ਦੇ ਪਿੱਛੇ ਇੱਕ ਬਹੁਤ ਲੰਬੀ ਕਹਾਣੀ ਹੈ, ਮੈਂ ਤੈਨੂੰ ਫੇਰ ਦੱਸਾਂਗਾ, ਹਾਲੇ ਮੈਂ ਥੱਕ ਗਿਆ ਹਾਂ। ਤੂੰ ਮਹਿੰਦੀ ਲਾਉਣੀ ਹੈ ਤਾਂ ਲਾ ਲੈ, ਪਰ ਘਰ ਤੋਂ ਬਾਹਰ ਨਹੀਂ ਜਾਣਾ। ਖੈਰ ਮੈਂ ਵੀ ਰਾਹੁਲ ਨਾਲ ਬਹਿਸ ਨਾ ਕੀਤੀ ਤੇ ਲੇਟ ਗਈ, ਪਰ ਮੈਂ ਸੋਚ ਰਹੀ ਸੀ ਕਿ ਆਖਰ ਉਹ ਮਹਿੰਦੀ ਲਈ ਮਨਾ ਕਿਉਂ ਕਰ ਰਹੇ ਨੇ। ਅਜਿਹਾ ਕੀ ਹੈ, ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਦੂਜੇ ਦਿਨ ਰੋਟੀ ਖਾਣ ਤੋਂ ਬਾਅਦ ਜਦੋਂ ਮੈਂ ਛੱਤ 'ਤੇ ਗਈ ਤਾਂ ਮੈਂ ਦੇਖਿਆ ਕਿ ਸਾਡੇ ਗੁਆਂਢ ਦੀਆਂ ਔਰਤਾਂ ਹੇਠਾਂ ਖੜੀਆਂ ਕੁਝ ਗੱਲਾਂ ਕਰ ਰਹੀਆਂ ਸੀ। ਉਹਨਾਂ ਦੀਆਂ ਗੱਲਾਂ ਮੇਰੇ ਕੰਨਾਂ ਵਿੱਚ ਸਾਫ਼-ਸਾਫ਼ ਸੁਣਾਈ ਦੇ ਰਹੀਆਂ ਸੀ। ਉਹਨਾਂ ਵਿੱਚੋਂ ਇੱਕ ਕਹਿ ਰਹੀ ਸੀ ਕਿ ਕੱਲ੍ਹ ਤਾਂ ਰਾਧੇ ਦੀ ਕੁੜੀ ਗਾਇਬ ਹੋ ਗਈ, ਹੋ ਸਕਦਾ ਉਸਨੇ ਮਹਿੰਦੀ ਲਾ ਕੇ ਲਾਲ ਚੁੰਨੀ ਲੈ ਲਈ ਹੋਵੇ ਤੇ ਘਰ ਤੋਂ ਬਾਹਰ ਗਈ ਹੋਵੇ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਅਜੀਬ ਲੱਗਿਆ ਤੇ ਫਿਰ ਮੈਂ ਗੌਰ ਨਾਲ ਉਹਨਾਂ ਦੀਆਂ ਗੱਲਾਂ ਸੁਣੀਆਂ। ਉਹਨਾਂ ਵਿੱਚੋਂ ਇੱਕ ਨੇ ਕਿਹਾ ਹਾਂ, ਜਦੋਂ ਪਤਾ ਕਿ ਲਾਲ ਚੁੰਨੀ ਲੈ ਕੇ ਮਹਿੰਦੀ ਲਾ ਕੇ ਘਰ ਤੋਂ ਬਾਹਰ ਨਹੀਂ ਜਾਣਾ ਤੇ ਫਿਰ ਕਿਉਂ ਜਾਂਦੀਆਂ ਨੇ, ਹੁਣ ਇਹਨਾਂ ਨੂੰ ਆਪੇ ਭੁਗਤਣਾ ਪਊਗਾ। ਇੰਨਾ ਕਹਿ ਕੇ ਉਹ ਚਲੀਆਂ ਗਈਆਂ। ਹੁਣ ਮੇਰੇ ਦਿਲ ਵਿੱਚ ਸਵਾਲ ਸੀ ਕਿ ਆਖਰ ਅਜਿਹਾ ਕੀ ਹੋ ਸਕਦਾ ਸੀ ਕਿ ਮਹਿੰਦੀ ਲਾਉਣ ਤੇ ਲਾਲ ਚੁੰਨੀ ਲੈਣ ਨਾਲ ਘਰ ਤੋਂ ਬਾਹਰ ਜਾਣ ਨਾਲ ਕੋਈ ਕੁੜੀ ਗਾਇਬ ਹੋ ਸਕਦੀ ਸੀ। ਇਹ ਕਿਹੋ ਜਿਹੀਆਂ ਗੱਲਾਂ ਕਰ ਰਹੀਆਂ ਸੀ, ਮੈਨੂੰ ਬਹੁਤ ਹੈਰਾਨੀ ਹੋ ਰਹੀ ਸੀ।
मैं जल्दी नाल हेठ आई ते सिद्धा अपनी सੱਸ कोल चली गई ते सारियां गल्लां उन्हां नूं दस्सियां। ਤਾਂ ਮੇਰੀ ਸੱਸ ਨੇ ਕਿਹਾ, ਬੇਟਾ ਸਾਡੇ ਪਿੰਡ ਵਿੱਚ ਬਹੁਤ ਪਹਿਲਾਂ ਤੋਂ ਇਹ ਸਭ ਕੁਝ ਹੋ ਰਿਹਾ ਹੈ। ਜੋ ਵੀ ਕੁੜੀ ਮਹਿੰਦੀ ਲਾਉਂਦੀ ਹੈ, ਲਾਲ ਚੁੰਨੀ ਲੈ ਕੇ ਘਰ ਤੋਂ ਬਾਹਰ ਨਿਕਲਦੀ ਹੈ, ਉਹ ਗਾਇਬ ਹੋ ਜਾਂਦੀ ਹੈ ਤੇ 2-4 ਦਿਨਾਂ ਬਾਅਦ ਉਸ ਦੀ ਲਾਸ਼ ਹੀ ਮਿਲਦੀ ਹੈ। ਇਸ ਲਈ ਪੂਰੇ ਪਿੰਡ ਵਿੱਚ ਮਹਿੰਦੀ ਲਾ ਕੇ ਚੁੰਨੀ ਲੈ ਕੇ ਘਰ ਤੋਂ ਬਾਹਰ ਜਾਣ ਨੂੰ ਮਨਾ ਕੀਤਾ ਹੈ। ਜੇ ਕੋਈ ਮਹਿੰਦੀ ਲਾ ਕੇ ਘਰ ਤੋਂ ਬਾਹਰ ਜਾਂਦੀ ਹੈ ਤਾਂ ਉਸ ਨਾਲ ਕੀ ਹੁੰਦਾ ਹੈ, ਉਸ ਦੀ ਜ਼ਿੰਮੇਵਾਰ ਉਹ ਆਪ ਹੀ ਹੁੰਦੀ ਹੈ। ਇਸ ਲਈ ਘਰ ਤੋਂ ਲਾਲ ਚੁੰਨੀ ਲੈ ਕੇ ਤੇ ਮਹਿੰਦੀ ਲਾ ਕੇ ਘਰ ਤੋਂ ਬਾਹਰ ਜਾਣ ਵਿੱਚ ਮਨਾਹੀ ਹੈ। ਇਸ ਕਰਕੇ ਮੈਂ ਤੈਨੂੰ ਮਨਾ ਕੀਤਾ ਸੀ। ਮੈਂ ਕਿਹਾ ਕਿ ਸਾਡੇ ਪਿੰਡ ਵਿੱਚ ਰਾਧੇ ਕੌਣ ਹੈ, ਜਿਸ ਦੀ ਕੁੜੀ ਗਾਇਬ ਹੋਈ ਹੈ। ਮੇਰੀ ਸੱਸ ਨੇ ਕਿਹਾ ਕਿ ਹਾਂ, ਉਹ ਸਾਡੇ ਘਰ ਤੋਂ ਕੁਝ ਦੂਰ ਰਹਿੰਦਾ ਹੈ, ਉਸ ਦੀ ਕੁੜੀ ਹੁਣੇ ਗਾਇਬ ਹੋਈ ਹੈ। ਉਹ ਹੀ ਨਹੀਂ, ਅੱਜ ਤੋਂ ਪਹਿਲਾਂ ਕਈ ਕੁੜੀਆਂ ਅਤੇ ਔਰਤਾਂ ਗਾਇਬ ਹੋ ਚੁੱਕੀਆਂ ਨੇ। ਉਹਨਾਂ ਦੀ ਲਾਸ਼ ਮਿਲੀ ਹੈ ਕਿਉਂਕਿ ਉਹ ਵੀ ਮਹਿੰਦੀ ਲਾ ਕੇ ਤੇ ਲਾਲ ਚੁੰਨੀ ਲੈ ਕੇ ਘਰ ਤੋਂ ਬਾਹਰ ਨਿਕਲੀਆਂ ਸੀ। ਮੈਂ ਆਪਣੀ ਸੱਸ ਨੂੰ ਪੁੱਛਿਆ ਕਿ ਕਿਸੇ ਨੇ ਕੁਝ ਪਤਾ ਨਹੀਂ ਕੀਤਾ, ਆਖਰ ਅਜਿਹਾ ਕੀ ਹੋ ਜਾਂਦਾ ਹੈ। ਮੇਰੀ ਸੱਸ ਨੇ ਕਿਹਾ, ਨਹੀਂ, ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ, ਭਲਾ ਕੌਣ ਆਪਣੀ ਮੌਤ ਨੂੰ ਮਾਸੀ ਕਹੂਗਾ। ਮੇਰੀ ਸੱਸ ਨੇ ਇਹਨਾਂ ਸਭ ਗੱਲਾਂ ਵਿੱਚ ਮੈਨੂੰ ਕਿਹਾ ਕਿ ਮੈਂ ਤੈਨੂੰ ਇਸ ਗੱਲ ਤੋਂ ਹੀ ਮਨਾ ਕਰਦੀ ਸੀ, ਤੂੰ ਧਿਆਨ ਨਾ ਦੇ ਤੇ ਆਪਣਾ ਧਿਆਨ ਰੱਖ, ਬਸ ਮਹਿੰਦੀ ਲਾ ਕੇ ਘਰ ਤੋਂ ਬਾਹਰ ਨਾ ਜਾਈ। ਇਹ ਸਭ ਗੱਲਾਂ ਕਹਿ ਕੇ ਮੇਰੀ ਸੱਸ ਆਪਣੇ ਕੰਮ ਵਿੱਚ ਲੱਗ ਗਈ ਤੇ ਮੈਂ ਆਪਣੇ ਕਮਰੇ ਵਿੱਚ ਆ ਗਈ ਤੇ ਸੋਚਣ ਲੱਗੀ ਕਿ ਇੰਨੇ ਪੜ੍ਹੇ ਲਿਖੇ ਲੋਕ ਨੇ, ਸ਼ਹਿਰ 'ਚ ਰਹਿੰਦੇ ਨੇ, ਫਿਰ ਪੁਲਿਸ ਨੂੰ ਕਿਉਂ ਨਹੀਂ ਦੱਸਦੇ, ਕਿਉਂ ਇੱਦਾਂ ਦੇ ਅੰਧ ਵਿਸ਼ਵਾਸਾਂ ਤੇ ਵਿੱਚ ਪਏ ਨੇ। ਮੈਂ ਸੋਚਿਆ ਕਿ ਰਾਹੁਲ ਨਾਲ ਗੱਲ ਕਰਾਂਗੀ ਕਿ ਉਹ ਮੇਰੀ ਮਦਦ ਕਰਨ। ਸ਼ਾਮ ਨੂੰ ਜਦੋਂ ਰਾਹੁਲ ਆਏ, ਮੈਂ ਉਸ ਨੂੰ ਕਿਹਾ ਕਿ ਤੁਸੀਂ ਮੇਰਾ ਸਾਥ ਦਿਓ ਤਾਂ ਕਿ ਅਸੀਂ ਸੱਚਾਈ ਪਤਾ ਲਗਾ ਸਕੀਏ। ਉਹਨਾਂ ਨੇ ਮੈਨੂੰ ਕਿਹਾ, ਇੰਨਾ ਵੱਡਾ ਰਿਸਕ ਆਪਾਂ ਨਹੀਂ ਲੈ ਸਕਦੇ। ਰਜਨੀ, ਤੂੰ ਜਾਣਦੀ ਹੈ ਮਹਿੰਦੀ ਲਾ ਕੇ ਘਰ ਤੋਂ ਬਾਹਰ ਜਾਣ ਵਿੱਚ ਕੀ ਹੋ ਸਕਦਾ ਸੀ, ਤੂੰ ਇਹ ਕੀ ਜਿੱਦ ਲੈ ਕੇ ਬਹਿ ਗਈ। ਮੈਂ ਤੇਰਾ ਸਾਥ ਬਿਲਕੁਲ ਨਹੀਂ ਦੇਵਾਂਗਾ। ਮੈਂ ਰਾਹੁਲ ਨੂੰ ਕਿਹਾ ਕਿ ਤੁਸੀਂ ਮੇਰਾ ਸਾਥ ਦੇਵੋ ਤਾਂ ਲੋਕ ਮੇਰੇ ਨਾਲ ਹੋਣਗੇ, ਆਖਿਰ ਪਤਾ ਤਾਂ ਚੱਲੇ ਕਿ ਇਹ ਸਭ ਕੀ ਹੈ। ਕਦੋਂ ਤੱਕ ਇਹ ਸਭ ਕੁਝ ਸਹਿੰਦੇ ਰਵਾਂਗੇ, ਭਲਾ ਮਹਿੰਦੀ ਲਾਉਣ ਨਾਲ ਕੀ ਹੋ ਜਾਂਦਾ। ਖੈਰ, ਮੇਰੀ ਜਿੱਦ ਦੇ ਅੱਗੇ ਰਾਹੁਲ ਨੂੰ ਝੁਕਣਾ ਹੀ ਪਿਆ ਤੇ ਉਹ ਮੇਰਾ ਸਾਥ ਦੇਣ ਲਈ ਮੰਨ ਗਏ। ਉਸ ਤੋਂ ਬਾਅਦ ਦੂਜੇ ਦਿਨ ਅਸੀਂ ਵਿਚਾਰ ਕੀਤਾ ਕਿ ਮੇਰੀ ਸੱਸ ਸਹੁਰੇ ਨੂੰ ਬਿਨਾਂ ਦੱਸੇ ਮੈਂ ਮਹਿੰਦੀ ਲਾ ਕੇ ਘਰ ਤੋਂ ਬਾਹਰ ਜਾਊਂਗੀ ਤੇ ਦੇਖਦੇ ਹਾਂ ਕਿ ਆਖਿਰ ਕੀ ਹੁੰਦਾ ਹੈ। ਰਾਹੁਲ ਨੇ ਆਪਣੇ ਦੋਸਤਾਂ ਨੂੰ ਵੀ ਬੁਲਾ ਲਿਆ ਤੇ ਉਹਨਾਂ ਨੂੰ ਵੀ ਇਸ ਸਕੀਮ ਵਿੱਚ ਸ਼ਾਮਿਲ ਕਰ ਲਿਆ। ਸਾਰੇ ਲੋਕ ਇਕੱਠੇ ਹੋ ਗਏ ਤੇ ਸਭ ਨੇ ਸਕੀਮ ਬਣਾਈ ਕਿ ਉਹ ਲੁੱਕ ਕੇ ਬੈਠਣਗੇ ਤੇ ਮੈਂ ਮਹਿੰਦੀ ਲਾ ਕੇ ਘਰ ਤੋਂ ਬਾਹਰ ਜਾਵਾਂਗੀ। ਉਸ ਤੋਂ ਬਾਅਦ ਰਾਹੁਲ ਅਤੇ ਉਸਦੇ ਦੋਸਤ ਘਰ ਦੇ ਬਣੇ ਪਾਰਕ ਵਿੱਚ ਕਿਤੇ ਲੁੱਕ ਕੇ ਬੈਠ ਗਏ ਤੇ ਮੈਂ ਆਪਣੇ ਦੋਨੋਂ ਹੱਥਾਂ ਵਿੱਚ ਚੰਗੀ ਤਰ੍ਹਾਂ ਮਹਿੰਦੀ ਲਾ ਕੇ ਤੇ ਸਿਰ 'ਤੇ ਲਾਲ ਚੁੰਨੀ ਲੈ ਲਈ। ਉਸ ਤੋਂ ਬਾਅਦ ਘਰ ਤੋਂ ਬਾਹਰ ਗਈ। ਘਰ ਤੋਂ ਬਾਹਰ ਕੁਝ ਦੇਰ ਤੱਕ ਮੈਂ ਖੜੀ ਰਹੀ, ਪਰ ਅਜਿਹਾ ਕੁਝ ਨਾ ਹੋਇਆ। ਥੋੜ੍ਹੀ ਦੇਰ ਇੰਤਜ਼ਾਰ ਵੀ ਕਰਦੀ ਰਹੀ। ਜਦੋਂ ਕੁਝ ਨਾ ਹੋਇਆ, ਫਿਰ ਮੈਂ ਸੋਚਿਆ ਕਿ ਕੀ ਹੋ ਰਿਹਾ ਹੈ, ਪਤਾ ਨਹੀਂ, ਮੇਰੇ ਨਾਲ ਤਾਂ ਕੁਝ ਵੀ ਨਹੀਂ ਹੋਇਆ। ਜਦੋਂ ਮੈਂ ਜਾਣ ਲੱਗੀ ਤਾਂ ਮੈਂ ਦੇਖਿਆ ਕਿ ਇੱਕ ਕਾਲੇ ਕੱਪੜੇ ਨਾਲ ਮੂੰਹ ਢੱਕਿਆ ਹੋਇਆ ਆਦਮੀ ਮੇਰੇ ਕੋਲ ਆਇਆ ਤੇ ਉਸਨੇ ਚਾਕੂ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਰਾਹੁਲ ਤੇ ਉਸਦੇ ਦੋਸਤਾਂ ਨੇ, ਜੋ ਉੱਥੇ ਲੁਕੇ ਸੀ, ਉਸ ਨੂੰ ਬਾਹਰ ਆ ਕੇ ਫੜ ਲਿਆ ਤੇ ਉਸਦੇ ਚਿਹਰੇ ਤੋਂ ਕਾਲਾ ਕੱਪੜਾ ਉਤਾਰਿਆ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਤੇ ਅਚਾਨਕ ਦੇਖਦੇ ਹੀ ਹੈਰਾਨ ਹੋ ਗਏ ਕਿ ਉਹ ਕੋਈ ਹੋਰ ਨਹੀਂ ਸਗੋਂ ਰਾਜੂ ਹੀ ਸੀ। ਮੇਰੇ ਘਰ ਵਾਲੇ ਨੇ ਰਾਜੂ ਨੂੰ ਥੱਪੜ ਮਾਰਦੇ ਹੋਏ ਪਿੰਡ ਵਾਲਿਆਂ ਨੂੰ ਇਕੱਠਾ ਕਰ ਲਿਆ ਤੇ ਸਾਰੇ ਲੋਕਾਂ ਦੇ ਆਉਣ ਤੋਂ ਬਾਅਦ ਮੇਰੇ ਸੱਸ ਸਹੁਰਾ ਵੀ ਆ ਗਏ ਤੇ ਉਹ ਮੈਨੂੰ ਗੁੱਸੇ ਹੋਏ ਕਿ ਤੈਨੂੰ ਕੀ ਲੋੜ ਸੀ ਇਹ ਸਭ ਕਰਨ ਦੀ। ਉਸ ਤੋਂ ਬਾਅਦ ਰਾਜੂ ਨੇ ਦੱਸਿਆ ਕਿ ਉਹ ਕਿਸੇ ਕੁੜੀ ਨੂੰ ਪਿਆਰ ਕਰਦਾ ਸੀ, ਉਸ ਨਾਲ ਵਿਆਹ ਵੀ ਕਰਵਾ ਲਿਆ ਸੀ ਤੇ ਉਹ ਕੁੜੀ ਆਪਣੇ ਆਸ਼ਿਕ ਨੂੰ ਮਿਲਣ ਲਈ ਜਦੋਂ ਵੀ ਜਾਂਦੀ ਹੱਥ 'ਤੇ ਮਹਿੰਦੀ ਲਾ ਕੇ ਜਾਂਦੀ ਕਿਉਂਕਿ ਉਸਦੇ ਆਸ਼ਿਕ ਨੂੰ ਮਹਿੰਦੀ ਪਸੰਦ ਸੀ। ਉਸ ਤੋਂ ਬਾਅਦ ਮੈਨੂੰ ਨਫ਼ਰਤ ਹੋ ਗਈ ਤੇ ਮੇਰੇ ਦਿਮਾਗ ਵਿੱਚ ਸ਼ੱਕ ਪੈ ਗਿਆ ਕਿ ਜੋ ਵੀ ਕੁੜੀ ਮਹਿੰਦੀ ਲਾ ਕੇ ਲਾਲ ਚੁੰਨੀ ਲੈ ਕੇ ਘਰ ਤੋਂ ਬਾਹਰ ਜਾਂਦੀ ਹੈ, ਉਹ ਕੁਝ ਗਲਤ ਕਰਦੀ ਹੈ। ਇਸ ਲਈ ਮੈਂ ਉਸ ਕੁੜੀ ਨੂੰ ਮਾਰ ਦਿੰਦਾ, ਕੁਝ ਦਿਨ ਲੁਕੋ ਕੇ ਰੱਖਦਾ ਤੇ ਫਿਰ ਉਸ ਦੀ ਲਾਸ਼ ਉਹਨਾਂ ਦੇ ਬੂਹੇ ਅੱਗੇ ਸੁੱਟ ਜਾਂਦਾ। ਸਾਰੇ ਲੋਕ ਇਸ ਨੂੰ ਅੰਧ ਵਿਸ਼ਵਾਸ ਮੰਨਦੇ ਸੀ ਤੇ ਕੋਈ ਭੂਤ ਪ੍ਰੇਤ ਦਾ ਕੰਮ, ਇਸ ਲਈ ਕਿਸੇ ਨੂੰ ਪਤਾ ਨਾ ਲੱਗਾ। ਅਸੀਂ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਏ। ਅਸੀਂ ਪੁਲਿਸ ਨੂੰ ਬੁਲਾਇਆ ਤੇ ਰਾਜੂ ਨੂੰ ਕਿਸੇ ਪਾਗਲਖਾਨੇ ਵਿੱਚ ਇਲਾਜ ਲਈ ਭੇਜਿਆ। ਉਸ ਤੋਂ ਬਾਅਦ ਉਸ ਨੂੰ ਸਜ਼ਾ ਸੁਣਾਈ ਗਈ ਤੇ ਅਸੀਂ ਆਪਣੇ ਘਰ ਆ ਗਏ। ਹੁਣ ਮੈਂ ਇੱਕ ਦਿਨ ਬੈਠੀ ਸੋਚ ਰਹੀ ਸੀ ਕਿ ਜੇ ਮੈਂ ਹਿੰਮਤ ਨਾ ਕਰਦੀ ਤਾਂ ਪਤਾ ਨਹੀਂ ਕਿੰਨੀਆਂ ਕੁੜੀਆਂ ਇਸ ਦਾ ਸ਼ਿਕਾਰ ਹੋ ਜਾਂਦੀਆਂ। ਇਸ ਵਿੱਚ ਮੈਨੂੰ ਰਾਜੂ 'ਤੇ ਵੀ ਤਰਸ ਆ ਰਿਹਾ ਸੀ ਕਿ ਉਸ ਨੇ ਕੁੜੀ ਨੂੰ ਪਿਆਰ ਕੀਤਾ ਤੇ ਉਸ ਕੁੜੀ ਨੇ ਉਸ ਨੂੰ ਧੋਖਾ ਦਿੱਤਾ। ਉਸ ਦਾ ਪਿਆਰ ਇੱਕ
ਪਣ ਵਿੱਚ ਬਦਲ ਗਿਆ। ਖੈਰ, ਮੈਂ ਆਪਣੇ ਦਿਲ ਵਿੱਚ ਸੋਚਿਆ ਕਿ ਜੋ ਮੈਂ ਕੀਤਾ ਚੰਗਾ ਕੀਤਾ, ਕਿਉਂਕਿ ਮੈਨੂੰ ਪਤਾ ਨਹੀਂ ਕਿੰਨੀਆਂ ਮਾਸੂਮ ਕੁੜੀਆਂ ਨੂੰ ਇਨਸਾਫ ਮਿਲਿਆ ਸੀ ਤੇ ਕਿੰਨੀਆਂ ਜ਼ੁਲਮ ਹੋਣ ਤੋਂ ਬਚ ਗਈਆਂ ਸੀ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ।